वाहिगुरू जी का खालसा वाहिगुरू जी की फतेह। हाँ जी दोस्तों, पिछली कुछ दिनों के विच एक इहो जी घटना मेरे नाल वापरी जिन्हों देख के मैनू बहुत दुख होया। मतलब कि दुख भी होया ते किते ना किते मैनू उस चीज़ नूं देख के बहुत गुस्सा भी लग्या। मैनू लग्या तुहाडे नाल ये गल सांझी कीती जावे। सो गल की हुई, पिछले दिनी असी बरात लैके गए सी फिरोजपुर एरिए दे विच एक इतिहासिक गुरुद्वारा, मैं नाम नहीं लेना चाहुंदा गुरुद्वारे दा। एक इतिहासिक गुरुद्वारा, बहुत सोहना गुरुद्वारा बनया, बहुत वड्डा बनया होया। पर उत्थों का जिहड़ा सिस्टम देख के, उत्थों का जिहड़े प्रबंधक कमेटी आ जां उहदा सिस्टम देख के मैनू बहुत दुख होया। असी एक बरात लैके गए उत्थे आनंद कारज कराउण लई नंदा वास्ते। हिंदू वर्ग नाल जिहड़ा ओह संबंध रखण वाले सी, जिहड़े असीं बरात लैके गए सीगे हिंदू वर्ग दे सीगे। मतलब कि वो बड़ी ये खुशी की गल है कि वो एक सिख मर्यादा अनुसार जिहड़ा अपना विआह दा जिहड़े कारज काल आ, जिहड़ा अपना विआह दा जिहड़ा कारज आ वो अपनी सिख मर्यादा अनुसार कर रहे सी। आनंद कारजा राही अपना जिहड़ा विआह संपूर्ण करा रहे सीगे। पर अपने जिहड़े शायद किते ना किते अपने प्रबंधक कमेटियां दे विच कुछ क बंदियां दे विच ये कमियां वा। जिहड़ी घटना मेरे नाल वापरी, जिहड़ी साडे नाल वो घटना वापरी, वो वेख के बड़ा दुख होया भी जिहड़ा अपना सिख आ, सिख इतिहास अपनी सिੱਖੀ है, जिहड़े अपने गुरु आ, गुरुआं पीरियां ने आपां नूं धर्म नाल जोड़ना सिखाया, ना कि तोड़ना। पर उत्थे एक इहो जी घटना लगी जिहनूं वेख के मैनूं ये लग्गिया भी किते ना किते जिहड़ा उस घटना नूं वेख के जिहदे नाल वापरी जां तुसीं भी सुणोगे तुहाडा मन करूगा भी टुੱਟ जगे वो गुरुद्वारे। मेरे कहण दा मतलब ये भी वो कमेटियां ने सिस्टम इहो जिहा बनाया होया भी बंदा कह दिंदा भी यार सिख धर्म दे विच कुछ नहीं, ये तां लुੱਟ मचाई है, इन्हां ने तां लुੱਟ रहे आ सानूं। वो लुੱਟ किवें होई तुहानूं मैं दसदा। सब तो पहलां जदों असीं नंदा कारज लई गए, जिहड़ा मेन दरबार आ, दरबार साहिब जिथे मेन अपने महाराज जी प्रकाश कराए जांदे आ, श्री गुरु ग्रंथ साहिब जी, उत्थे गए। सब तो पहलां तां ਉਹ ਜਿਹੜੇ ਕਮੇਟੀ ਵਾਲੇ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਆਨੰਦ ਕਾਰਜ ਇੱਥੇ ਮੇਨ ਦਰਬਾਰ 'ਚ ਨਹੀਂ ਹੋਣੇ, ਪਿੱਛੇ ਹਾਲ ਬਣਿਆ ਵਾ, ਹਾਲ ਦੇ ਵਿੱਚ ਹੀ ਆਨੰਦ ਹੋਣਗੇ। ਉਹ ਜਦੋਂ ਅਸੀਂ ਮਗਰ ਗਏ ਉੱਥੇ ਹਾਲ ਵੇਖਿਆ, ਇੱਕ ਕੋਈ ਬਹੁਤਾ ਵੱਡਾ ਹਾਲ ਨਹੀਂ ਸੀ, ਉਹ ਛੋਟਾ ਜਿਹਾ ਕਮਰਾ, ਇੱਕ ਜਿੰਨਾ ਆਮ ਆਪਣੇ ਘਰਾਂ ਦੇ ਵਿੱਚ ਕਮਰੇ ਹੁੰਦੇ ਤੋਂ ਥੋੜ੍ਹਾ ਜਿਹਾ ਵੱਡਾ ਹੋਣਾ ਉਹ ਕਮਰਾ ਸੀਗਾ। ਉਹਦੇ ਵਿੱਚ ਮਹਾਰਾਜ ਦੀ ਬੀੜ ਰੱਖੀ ਹੋਈ ਸੀ, ਮਹਾਰਾਜ ਪ੍ਰਕਾਸ਼ ਕੀਤੇ ਸੀਗੇ। ਉੱਥੇ ਕੋਈ ਉੱਥੇ ਸਿਸਟਮ ਨਹੀਂ ਉਹ, ਜਾਂ ਮੈਨੂੰ ਲੱਗਿਆ ਵੀ ਕੋਈ ਮਰਿਆਦਾ ਅਨੁਸਾਰ ਕਰਵਾ ਰਹੇ ਸੀ। ਤੋ ਆਪਾਂ ਆਨੰਦ ਕਾਰਜ ਜਦੋਂ ਆਪਾਂ ਆਮ ਗੁਰਦੁਆਰਿਆਂ 'ਚ ਜਾਂਦੇ ਹਾਂ, ਉੱਥੇ ਆਪਾਂ ਨੂੰ ਕੀ ਦਰਬਾਰ ਸਾਹਿਬ ਕਿਤੇ ਵੀ ਧਾਰਮਿਕ ਜਗ੍ਹਾ 'ਤੇ ਜਾਂਦੇ, ਅੰਦਰ ਜਾਣ ਸਾਰੇ ਆਪਣੇ ਮਨ ਨੂੰ ਇੱਕ ਸ਼ਾਂਤੀ, ਇੱਕ ਸਕੂਨ ਮਿਲਦਾ ਹੁੰਦਾ। ਪਰ ਉੱਥੇ ਜਾ ਕੇ ਮਤਲਬ ਉਹ ਜਿੱਥੇ ਉਹਨਾਂ ਨੇ ਕਿਹਾ ਵੀ ਆਨੰਦ ਕਾਰਜ ਹੋਣੇ, ਉੱਥੇ ਜਾ ਕੇ ਇੱਦਾਂ ਦਾ ਕੋਈ ਸਿਸਟਮ ਨਹੀਂ ਇਹੋ ਜਿਹਾ ਸੀਗਾ ਵੀ ਜਿਹਨੂੰ ਦੇਖ ਕੇ ਆਪਾਂ ਕਹਿ ਸਕੀਏ ਵੀ ਯਾਰ ਹਾਂ ਵੀ ਇੱਥੇ ਮੈਨੂੰ ਆ ਕੇ ਕੋਈ ਸਕੂਨ ਮਿਲਿਆ, ਮੇਰੇ ਦਿਲ ਨੂੰ ਸ਼ਾਂਤੀ ਮਿਲੀ ਆ। ਉੱਥੇ ਕੀ ਸੀ, ਸਭ ਤੋਂ ਪਹਿਲਾਂ ਉੱਥੇ ਉਹਨਾਂ ਨੇ ਉਹ ਹਾਲ ਦੇ ਵਿੱਚ ਕੀ ਆ ਆਨੰਦ ਕਰਾਉਣ ਦੀ ਪ੍ਰਥਾ ਜੀ ਸ਼ੁਰੂ ਕਰਵਾਉਣੀ ਸੀ। ਘੰਟਾ ਡੇਢ ਘੰਟਾ ਉਹਨਾਂ ਨੇ ਭਾਈ ਰੱਖਿਆ, ਆਨੰਦ ਸ਼ੁਰੂ ਨਹੀਂ ਕੀਤੇ। ਕਾਰਨ ਕੀ ਸੀ, ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਉੱਥੇ ਇੱਕ ਫਾਰਮ ਭਰਿਆ ਜਾਂਦਾ ਕਮੇਟੀ ਵੱਲੋਂ ਵੀ ਜਿਨ੍ਹਾਂ ਦੇ ਵੀ ਆਨੰਦ ਹੋਣੇ ਉਹ 10-15 ਦਿਨ ਪਹਿਲਾਂ ਜਿਹੜਾ ਹੈਗਾ ਉਹ ਫਾਰਮ ਦਿੰਦੇ ਆ ਵੀ ਇਹਨੂੰ ਕੰਪਲੀਟ ਕਰਕੇ ਲਿਆਓ, ਅਤੇ ਕੁੜੀ ਦਾ ਨਾਮ, ਮੁੰਡੇ ਦਾ ਨਾਮ, ਪਿਓ ਦਾ ਨਾਮ, ਜਿਹੜੀ ਫੈਮਿਲੀ ਜੋ ਵੀ ਡਿਟੇਲ ਉਹਨਾਂ ਦਾ ਫਾਰਮੈਟ ਰੱਖਿਆ, ਉਹ ਫਾਰਮੈਟ ਦੇ ਅਨੁਸਾਰ ਉਹ ਫਾਰਮ ਭਰ ਕੇ ਸਰਪੰਚ ਦੀ ਮੋਹਰ ਲਵਾ ਕੇ ਉਹ ਉੱਥੇ ਜਮ੍ਹਾਂ ਕਰਾਉਣਾ ਹੁੰਦਾ। ਉਹ ਉਹਨਾਂ ਨੇ ਜਿਹੜਾ ਹੈਗਾ ਲੜਕੀ ਵਾਲਿਆਂ ਨੇ ਜਿਹੜਾ ਹੈ ਉਹ ਫਾਰਮ ਭਰਾ ਕੇ ਉੱਥੇ ਜਮ੍ਹਾਂ ਕਰਾਤਾ ਸੀ। ਪਰ ਬਾਏ ਮਿਸਟੇਕ ਕਿਸੇ ਛੋਟੀ ਜਿਹੀ ਗਲਤੀ ਨਾਲ ਉੱਥੇ ਜਿਹੜਾ ਹੈ ਲੜਕੀ ਦੇ ਪਿਤਾ ਦਾ ਨਾਮ ਸੀ ਜਿਹੜਾ ਉਹ ਕੁਮਾਰ ਪਾਉਣਾ ਸੀ, ਕੁਮਾਰ ਦੀ ਜਗ੍ਹਾ ਸਿੰਘ ਲੱਗ ਗਿਆ। ਕਿਸੇ ਨਾ ਕਿਸੇ ਵਜ੍ਹਾ ਨਾਲ ਕੋਈ ਗਲਤੀ ਹੋ ਸਕਦਾ, ਉਹ ਕਮੇਟੀ ਵਾਲਿਆਂ ਦੀ ਗਲਤੀ ਸੀ, ਪਤਾ ਨਹੀਂ ਘਰ ਵਾਲਿਆਂ ਦੀ ਸੀ। ਬਸ ਉਹ ਫਾਰਮ ਨੂੰ ਲੈ ਕੇ ਹੀ ਉਹਨਾਂ ਨੇ 1 ਘੰਟਾ ਆਨੰਦ ਨਹੀਂ ਕੀਤੇ। ਉਹਨਾਂ ਨੇ ਨਵਾਂ ਫਾਰਮ ਦਿੱਤਾ। ਉਹ ਕਹਿੰਦੇ ਇਹ ਫਾਰਮ ਸਾਰਾ ਕੰਪਲੀਟ ਕਰੋ, ਪਹਿਲਾਂ ਸਰਪੰਚ ਦੇ ਸਾਈਨ ਕਰਵਾਓ, ਫਿਰ ਤੁਹਾਡੇ ਆਨੰਦ ਕਾਰਜ ਪੂਰੇ ਕਰੇ ਜਾਣਗੇ। ਪਰ ਮੈਨੂੰ ਇਹ ਦੇਖ ਕੇ ਘਟਨਾ ਬਹੁਤ ਦੁੱਖ ਹੋਇਆ ਵੀ ਯਾਰ ਇੱਕ ਫਾਰਮ ਦੇ ਕਰਕੇ ਜਿਹੜੀ ਆਪਣੀ ਏਡੀ ਮਰਿਆਦਾ, ਆਨੰਦ ਕਾਰਜ ਕਿੰਨਾ ਸੋਹਣੇ ਆਪਣੇ ਆਨੰਦ ਕਾਰਜ ਪੜ੍ਹੇ ਜਾਂਦੇ ਆ, ਲਾਵਾਂ ਹੁੰਦੀਆਂ, ਉਹ ਮਤਲਬ ਕਿ ਉਹ ਆਨੰਦ ਕਾਰਜਾਂ ਨੂੰ ਰੋਕ ਕੇ ਉਹ ਫਾਰਮ ਨੂੰ ਜਿਹੜੀ ਪਹਿਲ ਦਿੱਤੀ ਗਈ ਵੀ ਇਹ ਫਾਰਮ ਆ ਜਿਹੜਾ ਉਹਨੂੰ ਕੰਪਲੀਟ ਕਰਕੇ ਲਿਆਓ, ਫਿਰ ਤੁਹਾਡੇ ਆਨੰਦ ਕਾਰਜ ਹੋਣਗੇ। ਤਾਂ ਉੱਥੇ ਹੀ ਮਤਲਬ ਕਿ ਇਹ ਘਟਨਾ ਵੇਖ ਕੇ ਪਹਿਲਾਂ ਤਾਂ ਮੈਨੂੰ ਬੜਾ ਦੁੱਖ ਲੱਗਿਆ ਵੀ ਯਾਰ ਇਹ ਇੱਕ ਕਾਗਜ਼ ਦਾ ਟੁਕੜਾ ਵੀ ਜਿਹੜਾ ਸ਼ਾਇਦ ਕਿਤੇ ਕੰਮ ਵੀ ਨਹੀਂ ਆਉਂਦਾ, ਕੋਈ ਉਹ ਰਜਿਸਟਰਡ ਨਹੀਂ ਹੁੰਦਾ ਕਿਤੇ, ਮੈਂ ਕਹਿੰਦਾ ਸਰਕਾਰੀ ਅਦਾਰੇ 'ਚ, ਕਿਤੇ ਸਰਕਾਰੀ ਦਫ਼ਤਰ 'ਚ, ਕਿਤੇ ਉਹ ਕੰਮ ਆਉਣ ਵਾਲੀ ਚੀਜ਼ ਨਹੀਂ। ਜਸਟ ਇੱਕ ਪ੍ਰੂਫ ਹੁੰਦਾ, ਇੱਕ ਗੁਰਦੁਆਰੇ ਦਾ ਪ੍ਰੂਫ ਹੁੰਦਾ, ਇੱਕ ਘਰਦਿਆਂ ਕੋਲੇ ਰਹਿ ਜਾਂਦਾ ਵੀ ਚਲੋ ਇੱਥੇ ਆਨੰਦ ਕਾਰਜ ਹੋਇਆ। ਪਰ ਉਹ ਕੋਈ ਉਹਦਾ ਮੈਨੂੰ ਨਹੀਂ ਲੱਗਦਾ ਕੋਈ ਉਹ ਮਾਇਨੇ ਰਖਾਉਂਦਾ ਵਾ ਵੀ ਉਹ ਜ਼ਿਆਦਾ ਜ਼ਰੂਰੀ ਆ। ਸੋ ਉਹਨਾਂ ਨੂੰ ਕੀ ਚਾਹੀਦਾ ਸੀ, ਪਹਿਲਾਂ ਆਨੰਦ ਕਾਰਜ ਕਰਾਉਂਦੇ, ਫਾਰਮ ਜਿਹੜੀ ਫਾਰਮੈਲਿਟੀ ਉਹ ਬਾਅਦ ਦੇ ਵਿੱਚ ਵੀ ਪੂਰੀ ਹੋ ਸਕਦੀ ਆ। ਚਲੋ ਮੰਨਦੇ ਆ ਵੀ ਫਾਰਮੈਲਿਟੀ ਜ਼ਰੂਰੀ ਹੈ, ਕਈ ਥਾਵਾਂ 'ਤੇ ਨਾਬਾਲਗ ਦਾ ਚੱਕਰ ਪੈ ਜਾਂਦਾ ਵੀ ਉਹ ਪਹਿਲਾਂ ਚੈੱਕ ਕੀਤਾ ਜਾਂਦਾ, ਆਧਾਰ ਕਾਰਡ ਦੇਖੇ ਜਾਂਦੇ, ਉਸ ਤੋਂ ਬਾਅਦ ਆਨੰਦ ਕਾਰਜ। ਪਰ ਇੱਥੇ ਉਹ ਸਿਸਟਮ ਮੈਨੂੰ ਬੜਾ ਗਲਤ ਲੱਗਿਆ ਵੀ ਯਾਰ ਪਹਿਲਾਂ ਫਾਰਮ ਦੀ ਫਾਰਮੈਲਿਟੀ ਨੂੰ ਪੂਰਾ ਕਰਕੇ ਫਿਰ ਆਨੰਦ ਹੋਣੇ ਆ। ਫਿਰ ਕੀ ਦੂਸਰੀ ਘਟਨਾ ਉੱਥੇ ਲੁੱਟ ਕਿਵੇਂ ਹੋਈ, ਲੁੱਟ ਸੀ ਜਿਹੜੇ ਆਮ ਗੁਰਦੁਆਰਿਆਂ ਦੇ ਵਿੱਚ ਇੱਕ ਆਨੰਦ ਕਾਰਜ ਦੀ ਭੇਟਾ ਰੱਖੀ ਜਾਂਦੀ ਆ। ਭੇਟਾ
ਭੇਟਾ ਦੇ ਰੂਪ 'ਚ ਚਲੋ ਉੱਥੇ ਜਿਹੜੇ ਕੰਮ ਕਰਦੇ ਆ ਪ੍ਰਬੰਧਕ ਕਮੇਟੀ ਜਾਂ ਮੈਂਬਰ ਆ, ਕੋਈ ਵੀ ਕੰਮ ਕਰਦੇ, ਹਰੇਕ ਦਾ ਜੀਵਨ ਆ, ਚਲੋ ਆਪਦੇ ਪੈਸਾ ਵੀ ਜ਼ਰੂਰੀ ਆ ਹੈ ਨਾ ਜੀਵਨ ਲਈ, ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਗੱਲ ਆ, ਪਰ ਉਹ ਭੇਟਾ ਜਿਹੜੀ ਮੈਨੂੰ ਕਿਤੇ ਨਾ ਕਿਤੇ ਲੱਗਿਆ ਬਹੁਤ ਜ਼ਿਆਦਾ 3000 ਰੁਪਈਆ ਸਿਰਫ ਭੇਟਾ ਸੀਗੀ ਉਹਦੀ, ਜਿਹੜੀ ਭੇਟਾ ਇਕੱਲੀ ਭੇਟਾ 3000 ਰੁਪਈਆ ਪਲੱਸ ਜਿਹੜੇ ਹੈਗੇ ਆਪਣੇ ਰਾਗੀ ਵੀਰ ਜਿਹੜੇ ਉੱਥੇ ਕਥਾ ਕਰਦੇ ਆ ਅਲੱਗ 1500 ਰੁਪਈਆ ਉਹਨਾਂ ਦਾ। ਤੇ ਫਿਰ ਉਹਨਾਂ ਨੇ ਇੱਕ ਰੱਖਿਆ ਸੀ ਜਦੋਂ ਵੀ 4 ਗੇੜੇ ਹੋਣੇ ਲਾਵਾਂ ਲੈਣੀਆਂ 10-10 ਜਾਂ 20-20 ਰੁਪਏ ਮੱਥਾ ਟੇਕਣਾ ਹਰ ਲਾਮ ਦੇ ਮਗਰੋਂ। ਮਤਲਬ ਕਿ ਇਹ ਚੀਜ਼ਾਂ ਵੇਖ ਕੇ ਮੈਂ ਕਿਤੇ ਵੀ ਨਹੀਂ ਅੱਜ ਤੱਕ ਇੰਨੇ ਆਨੰਦ ਕਾਰਜ ਹੋਏ ਆਪਾਂ ਦੇਖਦੇ ਆ ਜਾਂਦੇ ਵਿਆਹ ਸ਼ਾਦੀਆਂ 'ਚ ਵੀ ਕਿਤੇ ਇੰਨੀ ਲੁੱਟ ਨਹੀਂ ਦੇਖੀ ਜਿੰਨੀ ਉੱਥੇ। ਮੈਂ ਕਹਿੰਦਾ ਵੀ ਉੱਥੇ ਜਿਹੜਾ ਉਹਨਾਂ ਦਾ ਵਿਆਹ ਹੈ 5000 ਰੁਪਏ ਦੇ ਵਿੱਚ ਘੱਟੋ ਘੱਟ ਉਹਨਾਂ ਨੂੰ ਆਨੰਦ ਆ ਜਿਹੜੇ 5000 'ਚ ਪੈ ਗਏ। ਇੰਨਾ ਇਤਿਹਾਸਿਕ ਵਧੀਆ ਗੁਰਦੁਆਰਾ ਬਣਿਆ, ਮੈਨੂੰ ਨਹੀਂ ਲੱਗਦਾ ਕੋਈ ਇੱਕ ਗਰੀਬ ਘਰ ਦਾ ਬੰਦਾ ਜਿਹੜਾ ਜਾਂ ਆਮ ਆਦਮੀ ਆ ਜਿਹੜਾ ਆਮ ਕੋਈ ਵੀ ਛੋਟੇ ਵਰਗ ਦੇ ਲੋਕ ਜਿਹੜੇ ਵੀ ਉਹ ਕਿਤੇ ਨਾ ਕਿਤੇ ਹੁੰਦਾ ਵੀ ਯਾਰ ਆਪਾਂ ਇਤਿਹਾਸਿਕ ਗੁਰਦੁਆਰੇ 'ਚ ਆਨੰਦ ਕਰਵਾਈਏ ਜੋ ਵਧੀਆ ਲੱਗਦਾ। ਪਰ ਉੱਥੇ ਉਹ ਦੇਖ ਕੇ ਇਹ ਲੁੱਟ ਨੂੰ ਵੇਖ ਕੇ ਮੈਂ ਬੜਾ ਦੁਖੀ ਹੋਇਆ, ਸ਼ਾਇਦ ਉਹ ਘਰ ਵਾਲੇ ਵੀ ਬਹੁਤ ਦੁਖੀ ਹੋਏ ਵੀ ਇਹ ਕਿਤੇ ਨਾ ਕਿਤੇ ਸਰਾਸਰ ਧੱਕਾ ਹੋ ਰਿਹਾ, ਬਹੁਤ ਜ਼ਿਆਦਾ ਨਜਾਇਜ਼ ਜਿਹੜੀ ਫੀਸ ਨਜਾਇਜ਼ ਰੱਖੀ। ਆਮ ਗੁਰਦੁਆਰਿਆਂ 'ਚ ਦੇਖਦੇ ਆਪਾਂ 1000 1500 ਕਿਤੇ 1100 ਹੱਦ ਦਾ ਵੀ ਸਾਰੇ ਰਾਗੀ ਸਾਰਾ ਖਰਚਾ ਪਾ ਕੇ 2500 3000 ਦੇ ਵਿੱਚ ਸਾਰੇ ਆਨੰਦ ਹੋ ਜਾਂਦੇ 2500 ਦੇ ਕਰੀਬ ਵਿੱਚ। ਪਰ ਉੱਥੇ ਜਿਹੜਾ ਆਨੰਦ ਕਾਰਜ ਜਿਹੜਾ 5000 ਵੀ ਬਹੁਤ ਜ਼ਿਆਦਾ ਰਕਮ ਆ, ਇੱਕ ਆਮ ਜਿਹੜੀ ਘਰ ਨੂੰ ਦੇਖਿਆ ਜਾਵੇ ਬਹੁਤ ਜ਼ਿਆਦਾ ਰਕਮ ਆ, ਜੋ ਕਿਤੇ ਨਾ ਕਿਤੇ ਧੱਕਾ ਹੋ ਰਿਹਾ। ਸੋ ਮੇਰੀ ਬੇਨਤੀ ਹੈ ਵੀ ਜਿਹੜੇ ਉੱਪਰਲੇ ਆਪਣੇ ਅਕਾਲ ਤਖਤ ਦੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਆ ਜਿਹੜੀ ਪ੍ਰਬੰਧਕ ਆ ਜਿਹੜੇ ਸਾਰੇ ਸਿਸਟਮ ਨੂੰ ਚਲਾਉਂਦੇ ਆ, ਜਿਨ੍ਹਾਂ ਦੇ ਅੰਡਰ ਸਾਰੇ ਇਤਿਹਾਸਕ ਗੁਰਦੁਆਰੇ ਆਉਂਦੇ ਆ, ਵੀ ਉਹ ਕਿਤੇ ਨਾ ਕਿਤੇ ਜਿੱਥੇ ਸਿਸਟਮ ਦਾ ਗਲਤ ਸਿਸਟਮ ਚੱਲ ਰਿਹਾ ਵੀ ਉਹ ਸਿਸਟਮ ਨੂੰ ਗਲਤ ਨੂੰ ਰੋਕ ਕੇ ਉਹਦੇ 'ਤੇ ਬਣਦੀ ਕਾਰਵਾਈ, ਉਹਨੂੰ ਸਿਸਟਮ ਨੂੰ ਸਹੀ ਢੰਗ ਨਾਲ ਜਿਹੜੇ ਗਲਤ ਨਜਾਇਜ਼ ਜਿਹੜੇ ਬੰਦੇ ਵਿੱਚ ਕਮੇਟੀ ਦੇ ਮੈਂਬਰ ਆ ਜਾਂ ਪ੍ਰਧਾਨ ਆ ਕੋਈ ਵੀ ਗੁਰਦੁਆਰਿਆਂ 'ਚ ਉਹ ਨਜਾਇਜ਼ ਲੁੱਟ ਕਰ ਰਹੇ ਨੇ ਉਹਨਾਂ ਨੂੰ ਕੱਢਿਆ ਜਾਵੇ। ਸੋ ਇਹਦੇ ਉੱਪਰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਨੂੰ ਹੋਰ ਲਈ ਲੁੱਟ ਨੂੰ ਆਮ ਲੋਕਾਂ ਦੀ ਲੁੱਟ ਨੂੰ ਰੋਕਿਆ ਜਾਵੇ। ਸੋ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਵੀ ਉਹ ਵੀ ਇਹ ਜਿਹੜੀ ਜੋ ਵੀ ਇਹ ਸਾਰਾ ਸਿਸਟਮ ਹੋ ਰਿਹਾ ਆਮ ਲੋਕਾਂ ਦੀ ਜਿੱਥੇ ਜਿਵੇਂ ਲੁੱਟ ਹੋ ਰਹੀ ਆ ਉਸ ਲੁੱਟ ਨੂੰ ਰੋਕਿਆ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਜਿਹੜੇ ਉਹ ਲੁੱਟ ਕਰਦੇ ਆ ਉਹਨਾਂ 'ਤੇ ਕੀਤੀ ਜਾਵੇ। ਸੋ ਜਿੱਥੇ ਸਿੱਖ ਧਰਮ ਆਪਣਾ ਇੰਨੀਆਂ ਕੁਰਬਾਨੀਆਂ ਕੀਤੀਆਂ, ਆਪਣੇ ਜਿਹੜੇ ਸਿੱਖ ਇਤਿਹਾਸ ਫਰੋਲਦੇ ਆ ਵੀ ਉਹਨਾਂ ਨੇ ਸਿਰਫ ਹੋਰ ਧਰਮਾਂ ਨੂੰ ਬਚਾਉਣ ਦੀ ਖਾਤਰ ਵੀ ਆਪਣਾ ਵਾਰ ਦਿੱਤਾ, ਪਰ ਆਪਣੇ ਜਿਹੜੇ ਸਿੱਖ ਧਰਮ ਦੇ ਹੀ ਕੁਛ ਬੰਦੇ ਆਪਣੇ ਧਰਮ ਨੂੰ ਬਦਨਾਮ ਕਰ ਰਹੇ ਆ ਇਹਨਾਂ ਗੱਲਾਂ ਕਰਕੇ, ਜਿਹਦੇ ਕਾਰਨ ਇੱਕ ਕਹਿੰਦੇ ਹੁੰਦੇ ਇੱਕ ਗੰਦੀ ਮਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ। ਸੋ ਇਹਦੇ ਨਾਲ ਕਿਤੇ ਨਾ ਕਿਤੇ ਇਹ ਆਪਣੇ ਜਿਹੜੇ ਸਹੀ ਸਿੱਖ ਧਰਮ ਦੇ ਸਹੀ ਲੋਕਾਂ ਨੂੰ ਵੀ ਭੁਗਤਣਾ ਪੈਂਦਾ। ਸੋ ਜਿਹੜਾ ਹੈ ਆਪਣੀ ਪੂਰੀ ਸਿੱਖ ਕੌਮ ਨੂੰ ਜਿਹੜਾ ਹੈ ਇਹ ਦਾਗ ਨਾ ਲੱਗੇ। ਸੋ ਇਹ ਗੱਲ ਵੱਲ ਧਿਆਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।